सतनाम श्री वाहेगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। राजान राज पहनान पहान देवान देव उपमा महान। एक ओंकारा सतगुरु तेह प्रसाद सच होए। वाहेगुरु जी की फतेह है विघन विनाशन सोए। सन्मानयोग सत्कारयोग गुरु प्यारी गुरु सवारी साध संगत जी दास वल्लों फतेह प्रवान करनी अदब सहित फतेह अर्ज करदा। वाहेगुरु जी का खालसा वाहेगुरु जी की फतेह। सतगुरु पातशाह जियां ने महान बख्शिश किरपा की है जो संगतां दी प्रेरणा दा सदका श्री जाप साहिब पावन बाणी जो धन गुरु साहिब गुरु गोबिंद सिंह जी महाराज शहंशाह सतगुरु साहिबे कमाल पातशाह जी की रचना तो उचारण की हुई पावन बाणी श्री जाप साहिब जो कल तो लैके गुरु मेहर नाल श्री जाप साहिब जी की पावन बाणी की विचार प्रारंभ हुई। सतगुरु जी सेवा ले रहे हैं। कल कुछ जाप साहिब की महिमा हुई सी और वड्याइयां सतगुरु दियां करदियां महात्म दसदियां कुछ बेनतियां कीतियां सन। नाल जो सतगुरु जी ने मंगलाचरण उचारण किया जाप साहब उचारण करन लग्या उहदे बारे विचार कीती सी। नाल बेनतियां कीतियां सन कि जाप साहिब दा पाठ बहुत अति जरूरी है सिख नूं करन वास्ते। सतगुरु गुरु गोबिंद सिंह जी महाराज जी की पावन जो रहमत बख्शिश है वो जीव ते वरतदी रहिंदी है, जाप साहिब तो बिना नहीं। कल आप जी ने सरवण किया सी, महाराज ने कहा सी कि जिहड़ा सिख जाप साहिब की बाणी नहीं पढ़ता उहदे नाल असीं वचन नहीं कोई करते। सो बहुत जरूरी है जाप साहिब का पाठ करना, पंजां बाणियां सत्तां बाणियां का पाठ करना। कल सुनिया सी एक ओंकार सतगुर प्रसाद। वाहेगुरु एक है कार, उहदी कार है जिहड़ी उहदी बख्शिश है हमेशा सदा वास्ते जीव ते वरत रही है। सतगुर प्रसाद उहदी प्राप्ति सतगुरु की किरपा नाल हुंदी। श्री वाहेगुरु जी की फतेह। श्री श्रोमणी वाहेगुरु परमेश्वर जी की फतेह महाराज ने उचारण की है, उन्होंने कृपा कर ली। एक ओंकार सतगुर प्रसाद जाप बाणी का नाम है। श्री मुखवा कपातशाही 10वीं
ਇਹ ਬਾਣੀ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸ੍ਰੀ ਮੁਖ ਤੋਂ ਵਾਕ ਉਚਾਰਨ ਹੋਏ ਹਨ, ਬਾਣੀ ਉਚਾਰਨ ਹੋਈ ਹੈ। ਕਿਹੜੇ ਗੁਰਾਂ ਦੀ ਬਾਣੀ ਹੈ? ਪਾਤਸ਼ਾਹੀ ਦਸਵੀਂ। ਇਹ ਜਾਪ ਸਾਹਿਬ 10ਵੇਂ ਪਾਤਸ਼ਾਹ ਸਹਿਬੇ ਕਮਾਲ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਕੋਈ ਸ਼ੰਕਾ ਨਾ ਕਰੇ। ਫਿਰ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗੁਣ ਨੇ, ਲੱਛਣ ਨੇ, ਉਸ ਛਪੈ ਛੰਦ ਤੁਹੈ ਪ੍ਰਸਾਦ ਜੋ 6 ਤੁਕਾਂ ਵਾਲਾ ਛੰਦ ਹੈ। ਮਹਾਰਾਜ ਜੀ ਕਹਿੰਦੇ ਅਸੀਂ ਉਚਾਰਨ ਕਰਦੇ ਹਾਂ, ਪਰ ਉਚਾਰਨ ਕਰਦੇ ਹਾਂ ਵਾਹਿਗੁਰੂ ਤੁਹੈ ਪ੍ਰਸਾਦ। ਆਪ ਜੀ ਦੀ ਕਿਰਪਾ ਨਾਲ ਉਚਾਰਨ ਕਰਦੇ। ਕੱਲ ਦੱਸਿਆ ਸੀ ਤੁਹੈ ਔਰ ਪ੍ਰਸਾਦ। ਮਹਾਰਾਜ ਦੇ ਗੁਣ ਕਥਨ ਕਰਦੇ ਨੇ। ਚੱਕਰ ਛੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਚੱਕਰ ਥੋੜਾ ਦਬਾ ਕੇ ਜ਼ੋਰ ਨਾਲ, ਚੱਕਰ ਨਹੀਂ ਕਹਿਣਾ, ਚੱਕਰ ਕਹਿਣਾ ਹੈ। ਚੱਕਰ ਛੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਚੱਕਰ ਜਿਵੇਂ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਅਸਲ ਵਿੱਚ ਸਤਿਗੁਰੂ ਦੱਸਦੇ ਉਹਦਾ ਜਿਵੇਂ ਸਾਡਾ ਸਰੀਰ ਹੈ, ਇੱਦਾਂ ਦਾ ਸਰੀਰ ਨਹੀਂ, ਕਾਇਆ ਨਹੀਂ, ਉਹ ਪ੍ਰਕਾਸ਼ ਰੂਪ ਹੈ, ਜੋਤ ਰੂਪ ਹੈ। ਚੱਕਰ ਹੁੰਦੇ ਆ ਜਿਵੇਂ ਤੁਸੀਂ ਵੇਖੋ ਹੱਥਾਂ ਦੀਆਂ ਉਂਗਲੀਆਂ 'ਤੇ ਵੇਖੋ, ਪੈਰਾਂ ਦੀਆਂ ਉਂਗਲੀਆਂ 'ਤੇ ਵੇਖੋ, ਹਥੇਲੀਆਂ 'ਤੇ ਵੀ ਚੱਕਰ ਹੁੰਦੇ ਨੇ, ਗੋਲ ਗੋਲ ਗੋਲਦਾਰੇ ਜਿਹੇ ਹੁੰਦੇ ਨੇ, ਉਹਨੂੰ ਚੱਕਰ ਕਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਿਰਪਾ ਕਰਦੇ ਨੇ ਸਾਧ ਸੰਗਤ ਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਜੋ ਅੰਗ ਹੱਥ ਪੈਰ ਨਾ ਹੋਣ ਕਰਕੇ ਕੋਈ ਚੱਕਰ ਨਹੀਂ ਹੈ ਹੱਥਾਂ ਪੈਰਾਂ ਦੀਆਂ ਉਂਗਲਾਂ 'ਤੇ, ਹੈ ਹੀ ਨਹੀਂ। ਉਹ ਤਾਂ ਪ੍ਰਕਾਸ਼ ਰੂਪ ਹਨ, ਜੋਤ ਰੂਪ ਹਨ। ਫਿਰ ਮਹਾਰਾਜ ਕਹਿੰਦੇ ਚੱਕਰ ਚੇਹਨ। ਚਿਹਨ ਹੁੰਦਾ ਜਿੱਦਾਂ ਨਿਸ਼ਾਨ ਹੁੰਦੇ ਨੇ ਕਾਇਆ 'ਤੇ, ਕਿਸੇ ਤਰ੍ਹਾਂ ਦਾ ਨਿਸ਼ਾਨ ਵੀ ਨਹੀਂ ਹੈ ਉਹਦੀ ਕਾਇਆ ਉੱਪਰ। ਚਿੰਨ ਹੁੰਦੇ ਜਿਵੇਂ ਕੋਈ। ਚੱਕਰ ਚਿਹਨ ਅਰ ਔਰ, ਫਿਰ ਦੱਸਦੇ ਅੱਗੇ ਹੋਰ। ਔਰ ਅਰ ਵੀ ਸਿੱਧਾ ਅਰ ਹੀ ਕਹਿਣਾ ਹੈ। ਔਰ ਵੀ ਕਈ ਤਰ੍ਹਾਂ ਪਾਠ ਮੈਂ ਸੁਣਦਾ ਰਹਿੰਦਾ ਸਿੰਘਾਂ 'ਚ। ਕੋਈ ਚੱਕਰ ਨਹੀਂ, ਕੋਈ ਚਿਹਨ ਨਿਸ਼ਾਨ ਨਹੀਂ। ਅਤੇ ਵਰਨ, ਵਰਨ ਹੁੰਦਾ ਸਾਧ ਸੰਗਤ ਰੰਗ ਆਦਿਕ ਜਾਂ ਵਰਨ ਆਸ਼ਰਮ ਆਦਿਕ, ਉਹਦਾ ਕੋਈ ਨਹੀਂ। ਚੱਕਰ ਚਿਹਨ ਅਰ ਵਰਨ ਜਾਤ। ਜਾਤਾਂ ਜਿਵੇਂ ਸਾਡੇ ਮਨੁੱਖਾਂ 'ਚ ਬਣ ਜਾਂਦੀਆਂ, ਉਹਦੀ ਜਾਤ ਵੀ ਨਹੀਂ ਹੈ ਕੋਈ। ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ। ਪਾਤ ਹੁੰਦਾ ਕੁਲ ਆਦਿਕ, ਜਿਹੜੀ ਕੁਲਾਂ ਹੁੰਦੀਆਂ ਜਿਵੇਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਜਾਤ ਦੇ ਫਿਰ ਪਾਤ ਹੁੰਦੇ, ਗੋਤ ਹੁੰਦੇ ਜਿਹੜੇ। ਇਹ ਸਿੱਧੂ ਹੈ, ਇਹ ਗਿੱਲ ਹੈ, ਇਹ ਸੰਧੂ ਹੈ, ਇਹ ਗਰੇਵਾਲ ਹੈ, ਇੱਦਾਂ ਦਾ ਕੁਛ ਨਹੀਂ ਹੈ ਉੱਥੇ। ਪਰਮੇਸ਼ਰ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਜਿਹਦੇ ਨਾ ਕੋਈ ਚੱਕਰ ਹੈ ਹੱਥਾਂ 'ਤੇ, ਗੋਲ ਧਾਰੇ ਜਿਵੇਂ ਹੁੰਦੇ ਨੇ, ਨਾ ਕੋਈ ਨਿਸ਼ਾਨ ਹੈ, ਨਾ ਕੋਈ ਉਹਦਾ ਰੰਗ ਹੈ, ਨਾ ਕੋਈ ਉਹਦੀ ਜਾਤ ਹੈ, ਨਾ ਉਹਦਾ ਕੋਈ ਗੋਤ ਹੈ। ਇਹ ਕਥਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਫਿਰ ਕਹਿੰਦੇ ਰੂਪ ਰੰਗ ਅਰ ਰੇਖ ਭੇਖ। ਰੂਪ ਸੁੰਦਰ ਹੋਣਾ ਜਾਂ ਨਾ ਸੁੰਦਰਤਾ ਹੋਣੀ। ਕਹਿੰਦੇ ਰੂਪ ਬੜਾ ਹੈ, ਇਹਦੇ 'ਤੇ ਰੂਪ ਅੱਛਾ ਨਹੀਂ। ਰੂਪ ਦੇ ਅਰਥ ਬਹੁਤ ਆਏ ਨੇ। ਮਹਾਰਾਜ ਕਹਿੰਦੇ ਰੂਪ ਰੰਗ, ਰੰਗ ਜਿਵੇਂ ਹੁੰਦਾ ਕਾਲਾ ਹੈ, ਗੋਰਾ ਹੈ, ਕਣਕ ਬੰਨਾ ਹੈ, ਚਿੱਟਾ ਹੈ, ਕਈ ਤਰ੍ਹਾਂ ਦੇ ਰੰਗ ਹੁੰਦੇ ਜੀਵਾਂ ਦੇ। ਰੂਪ ਰੰਗ
ਅਰ ਰੇਖ, ਜਿਵੇਂ ਹੱਥਾਂ 'ਤੇ ਰੇਖਾਵਾਂ ਹੁੰਦੀਆਂ, ਲਕੀਰਾਂ ਹੁੰਦੀਆਂ, ਪੈਰਾਂ 'ਤੇ ਲਕੀਰਾਂ ਹੁੰਦੀਆਂ, ਮੱਥੇ 'ਤੇ ਲਕੀਰਾਂ ਹੁੰਦੀਆਂ, ਇੱਦਾਂ ਵੀ ਨਹੀਂ ਹੈ ਕੁਛ। ਭਾਵ ਗੱਲ ਮੁਕਾਓ ਕਿ ਉਹਦਾ ਸਰੀਰ ਹੀ ਨਹੀਂ ਜਦ ਹੈ ਹੀ ਉਹ ਪ੍ਰਕਾਸ਼ ਰੂਪ ਹੈ, ਕਿਸੇ ਨੂੰ ਭੁਲੇਖਾ ਨਾ ਰਹੇ। ਰੂਪ ਰੰਗ ਅਰ ਰੇਖ ਭੇਖ, ਭੇਖ ਵੀ ਵਸਤਰ ਪਾਉਣੇ, ਭੇਖ ਰੱਖਣੇ, ਕੋਈ ਦਸਤਾਰ ਬੰਨ੍ਹਦਾ, ਕੋਈ ਟੋਪੀ ਲੈਂਦਾ, ਕੋਈ ਬੋਧਾ ਰੱਖ ਲੈਂਦਾ, ਕੋਈ ਜਟਾਵਾਂ ਰੱਖ ਲੈਂਦਾ, ਕੋਈ ਟੋਪੀ ਲੈਂਦਾ ਹੈ, ਕੋਈ ਕਮੀਜ਼ ਪਜਾਮਾ ਪਾਉਂਦਾ ਹੈ, ਕੋਈ ਕਮੀਜ਼ ਔਰ ਧੋਤੀ ਲਾ ਲੈਂਦਾ ਹੈ, ਕੋਈ ਨਗਨ ਰਹਿੰਦਾ ਹੈ, ਕੋਈ ਚੋਲਾ ਪਾ ਲੈਂਦਾ ਹੈ, ਕੋਈ ਕੁਛ ਅਨੇਕਾਂ ਤਰ੍ਹਾਂ ਦੇ ਜੀਵਾਂ ਦੇ ਭੇਖ ਨੇ। ਪਰਮਾਤਮਾ ਦਾ ਭੇਖ ਨਹੀਂ ਹੈ ਕੋਈ, ਉਹ ਤਾਂ ਬਸ ਪ੍ਰੇਮ ਦਾ ਪਿਆਰਾ ਹੈ। ਪ੍ਰੇਮ ਕੋਈ ਉਹਨੂੰ ਨਗਨ ਅਵਸਥਾ ਵਿੱਚ ਵੀ ਪ੍ਰੇਮ ਕਰਦਾ ਹੋਵੇ, ਉਹਨੂੰ ਕਿਰਪਾ ਉੱਤੇ ਕਰਦਾ। ਕੋਈ ਕੁੜਤੇ ਪਜਾਮੇ ਵਾਲਾ ਹੋਵੇ, ਕੋਈ ਚੋਲੇ ਵਾਲਾ ਹੋਵੇ, ਕੋਈ ਦਸਤਾਰ ਵਾਲਾ ਹੋਵੇ, ਕੋਈ ਜਟਾਂ ਵਾਲਾ ਹੋਵੇ, ਪਰ ਇਹ ਤੁਹਾਨੂੰ ਵਿਆਖਿਆ ਨਾ ਪਰਮਾਤਮਾ ਦੇ ਸਰੂਪ ਦੀ। ਪਰ ਸਤਿਗੁਰੂ ਨੇ ਸਾਨੂੰ ਤਾਂ ਕਿਰਪਾ ਕਰਕੇ ਬਾਣਾ ਦਿੱਤਾ ਹੋਇਆ ਹੈ, ਸੀਸ ਉੱਪਰ ਦਸਤਾਰ ਸਜਾਉਣੀ ਹੈ, ਕਿਸੇ ਸਰੀਰ ਦੇ ਕਿਸੇ ਪ੍ਰਕਾਰ ਦੀ ਰੋਮ ਦੀ ਬੇਅਦਬੀ ਨਹੀਂ ਕਰਨੀ, ਸੁੰਦਰ ਵਸਤਰ ਪਹਿਨਣੇ ਹਨ, ਦਿੱਤਾ ਸਾਨੂੰ ਤਾਂ ਸਾਰਾ ਕੁਛ। ਪਰ ਇਹ ਗੱਲ ਇੱਥੇ ਉਸ ਵਾਹਿਗੁਰੂ ਪਰਮੇਸ਼ਰ ਦੀ ਹੋ ਰਹੀ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਕੋਈ ਕਹਿ ਹੀ ਨਹੀਂ ਸਕਦਾ ਕਿ ਉਹਦਾ ਰੂਪ ਇੱਦਾਂ ਦਾ ਹੈ, ਰੰਗ ਉਹਦਾ ਪਰਮੇਸ਼ਰ ਦਾ ਇੱਦਾਂ ਦਾ ਹੈ, ਔਰ ਉਹਦੇ ਰੇਖਾਵਾਂ ਅਸੀਂ ਦੇਖੀਆਂ ਇੱਦਾਂ ਦੀਆਂ ਮਸਤਕ 'ਤੇ, ਸਾਨੂੰ ਉਹਦਾ ਭੇਖ ਇੱਦਾਂ ਦਾ ਸੀ। ਸਾਡਾ ਹੁਣ ਬਾਣੀ 'ਤੇ ਵਿਸ਼ਵਾਸ ਹੈ। ਕਈ ਲੋਕਾਂ ਨੂੰ ਗੁੰਮਰਾਹ ਕਰਦੇ, ਸਾਨੂੰ ਪਰਮਾਤਮਾ ਦਿਸਿਆ ਰਾਤ। ਕੀ ਦਿਸਿਆ ਹੈ? ਪਿਆਰ ਨਾਲ ਜਦੋਂ ਅਸੀਂ ਸਹਿਜ ਪਾਠ ਕਰਾਂਗੇ, ਜਾਪ ਸਾਹਿਬ ਦਾ ਅਭਿਆਸ ਕਰਾਂਗੇ, ਫਿਰ ਅਸੀਂ ਠੱਗੀ ਨਹੀਂ ਖਾ ਸਕਦੇ ਕਿਸੇ ਪਾਸੋਂ। ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਰੱਬ ਕਹਿੰਦਾ ਮੇਰੇ ਹਾਜ਼ਰ ਨਾਜ਼ਰ ਹੀ ਮੇਰੇ ਕੋਲ ਹੈ, ਹਾਜ਼ਰ ਨਾਜ਼ਰ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ, ਅਨੁਭਵ ਕੀਤਾ ਜਾਂਦਾ ਉਹਦਾ। ਹਵਾ ਹੈ, ਜਿੱਦਾਂ ਹਵਾ ਨੂੰ ਕੋਈ ਦੱਸ ਸਕਦਾ ਕਿ ਕਾਲੀ ਹੈ ਹਵਾ, ਚਿੱਟੀ ਹੈ ਹਵਾ, ਇਹ ਇੱਦਾਂ ਦੀ ਹੈ, ਦੱਸ ਸਕਦਾ? ਜਾਂ ਉਹ ਹਵਾ ਆਉਂਦੀ ਹੈ, ਦੱਸ ਸਕਦਾ? ਜਦੋਂ ਸਾਡੀ ਕਾਇਆ ਨੂੰ ਲੱਗਦੀ ਉਦੋਂ ਮਹਿਸੂਸ ਹੁੰਦਾ ਹੈ। ਗਰਮੀ ਬਾਰੇ ਕੋਈ ਦੱਸ ਸਕਦਾ? ਸਰਦੀ ਬਾਰੇ ਕੋਈ ਦੱਸ ਸਕਦਾ ਇੱਦਾਂ ਦੀ ਹੈ ਸਰਦੀ? ਹਾਂ, ਜਦੋਂ ਗਰਮੀ ਲੱਗਦੀ ਜਾਂ ਸਰਦੀ ਲੱਗਦੀ ਫਿਰ ਕਹਿੰਦੇ ਗਰਮੀ ਹੈ ਜਾਂ ਸਰਦੀ। ਇੱਦਾਂ ਹੀ ਪਰਮੇਸ਼ਰ ਬਾਰੇ ਕੋਈ ਨਹੀਂ ਦੱਸ ਸਕਦਾ, ਇੱਦਾਂ ਕਿਸੇ ਨੂੰ ਨਹੀਂ ਦਿਸਦਾ। ਜਿਹੜੇ ਕਹਿੰਦੇ ਦਿਸਦਾ ਉਹ ਝੂਠ ਬੋਲਦੇ ਨੇ। ਹਾਂ, ਉਹ ਆਪਣੇ ਪਿਆਰਿਆਂ ਕੋਲੇ ਕਈ ਵਾਰ ਜਦੋਂ ਬਹੁਤੇ ਪ੍ਰੇਮੀ ਹੋ ਜਾਂਦੇ ਨੇ, ਉਹਦੀ ਮੌਜ ਹੈ ਕਿਸੇ ਸਰੀਰ ਨੂੰ ਧਾਰਨ ਕਰਕੇ ਆ ਵੀ ਸਕਦਾ, ਐਸੀ ਗੱਲ ਨਹੀਂ। ਪਰ ਮਹਾਰਾਜ ਕਹਿੰਦੇ ਨਹੀਂ, ਉਹਦਾ ਨਾ ਕੋਈ ਰੂਪ ਹੈ, ਉਹਦਾ ਨਾ ਕੋਈ ਰੰਗ ਹੈ, ਨਾ ਉਹਦਾ ਕੋਈ ਰੇਖ ਹੈ, ਨਾ ਕੋਈ ਉਹਦਾ ਭੇਖ ਹੈ। ਇਹ ਜਦ ਗੱਲ ਕੋਈ ਕਹਿ ਹੀ ਨਹੀਂ ਸਕਦਾ, ਬਾਣੀ ਜਦੋਂ ਅਸੀਂ ਵਿਚਾਰਾਂਗੇ ਤੇ ਅਸੀਂ ਬਹੁਤ ਸੁਚੇਤ ਹੋ ਜਾਣਾ, ਅਸੀਂ ਵਧੀਆ ਰਹਿਣਾ, ਕਿਰਪਾ ਰਹਿਣੀ ਸਾਡੇ ਤੇ ਮਹਾਰਾਜ ਦੀ। ਫਿਰ ਹੋਰ ਵੀ ਅੱਗੇ ਦੱਸਦੇ, ਅਚਲ ਮੂਰਤ, ਮੂਰਤ ਹੁੰਦੀ ਹੈ ਸ਼ਕਤੀ ਹੈ, ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਤਾਕਤ ਹੈ, ਜਿਹੜੀ ਉਹ ਸਾਨੂੰ ਤਾਂ ਮੂਰਤਾਂ ਤਾਂ ਮਨਾ ਹੀ ਕੀਤਾ ਮਹਾਰਾਜ ਨੇ। ਚਲੋ ਇਹ ਵੀ ਨਹੀਂ ਅਸੀਂ ਕਹਿੰਦੇ ਵੀ ਨਹੀਂ ਰੱਖਣੀਆਂ, ਦੇਖਣੀਆਂ, ਘਰਾਂ ਵਿੱਚ ਰੱਖੋ, ਯਾਦ ਆਉਂਦੀ ਪਰਮਾਤਮਾ ਦੀ। ਪਰ ਅਸਲ ਵਿੱਚ ਮਹਾਰਾਜ ਕਹਿੰਦੇ ਸ਼ਬਦ ਤੇ ਸੁਰਤ ਦਾ ਮੇਲ ਹੋਣਾ, ਜਦੋਂ ਉਹਦੀ ਪ੍ਰਾਪਤੀ ਹੋਣੀ, ਕਿਰਪਾ ਹੋਣੀ, ਬਖਸ਼ਿਸ਼ ਹੋਣੀ। ਪਰ ਉਹ ਅਚਲ ਮੂਰਤ ਹਸਤੀ ਅਚਲ ਹੈ, ਚੱਲਦਾ ਨਹੀਂ, ਤੁਰਿਆ ਨਹੀਂ ਫਿਰਦਾ। ਉਹ ਜਾਣਾ ਕਿੱਥੇ ਉਹਨੇ? ਉਹ ਤਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਉਹ ਸਾਰਿਆਂ 'ਚ ਹੀ ਪਰਿਪੂਰਨ ਬਿਰਾਜਮਾਨ ਹੋ ਰਿਹਾ। ਜਾਣਾ ਤਾਂ ਉਹਨੂੰ ਚੱਲਣਾ ਤਾਂ ਪਵੇ ਨਾ, ਵੀ ਜੇ ਇੱਥੇ ਹੈਗਾ ਉਹ ਕਨੇਡਾ ਹੈ ਨਹੀਂ, ਅਮਰੀਕਾ ਹੈ ਨਹੀਂ, ਹੋਰ ਕਿਤੇ ਹੈ ਨਹੀਂ, ਇੱਥੇ ਲਾਓ ਫਲਾਨੇ ਸ਼ਹਿਰ ਹੈ ਨਹੀਂ, ਉੱਥੇ ਹੈ ਨਹੀਂ, ਤਾਂ ਹੀ ਜਾਣਾ ਪਊ ਚੱਲ ਕੇ। ਅਸੀਂ ਚੱਲ ਕੇ ਜਾਂਦੇ ਹਾਂ ਜੇ ਅਸੀਂ ਕਿਸੇ
ਜਿੱਥੋਂ ਅਸੀਂ ਬੈਠੇ ਹਾਂ ਸ਼ਾਹਕੋਟ ਜਾਣਾ, ਨਕੋਦਰ ਜਾਣਾ, ਜਦੋਂ ਅਸੀਂ ਚੱਲ ਕੇ ਜਾਵਾਂਗੇ ਤਾਂ ਹੀ ਉੱਥੇ ਪਹੁੰਚਾਂਗੇ, ਕਿਉਂਕਿ ਸਾਡੀ ਕਾਇਆ ਸਾਡਾ ਸਰੀਰ ਹੁਣ ਇੱਥੇ ਹੀ ਬੈਠੇ, ਉੱਥੇ ਅਸੀਂ ਹੈ ਨਹੀਂ। ਉੱਥੇ ਜਾਵਾਂਗੇ ਚੱਲ ਕੇ ਜਾਵਾਂਗੇ, ਅਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਹਰ ਜਗ੍ਹਾ ਹੀ ਪਰਿਪੂਰਨ ਹੋ ਰਹੀ ਹੈ। ਉਹ ਤਾਂ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਸਾਰੇ ਹੀ ਆ। ਉਹ ਤਾਂ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਉਹਨੂੰ ਕੋਈ ਬੈਠ ਕੇ ਯਾਦ ਕਰ ਲਵੇ ਉੱਥੇ ਹੀ ਉਹ ਸਹਾਇਤਾ ਕਰ ਲਵੇ। ਉੱਥੇ ਤਾਂ ਹੁੰਦਾ ਤਾਂ ਉੱਥੇ ਹੀ ਹੈ, ਆਪਣੀ ਕਿਰਿਆ ਉੱਥੋਂ ਸ਼ੁਰੂ ਕਰਦਾ ਹੈ। ਇਸ ਵਾਸਤੇ ਅਚਲ ਮੂਰਤ ਹੈ, ਚਲਾਏਵਾਨ ਨਹੀਂ ਹੁੰਦਾ, ਅਚਲ ਸਰੂਪ ਵਾਲਾ ਹੈ। ਅਨਭਉ ਪ੍ਰਕਾਸ਼, ਇਸ ਮੂਲ ਮੰਤਰ ਹੀ ਇੱਥੇ ਆ ਗਿਆ। ਜਿਵੇਂ ਉੱਥੇ ਲਿਖਿਆ ਸੈਭੰ, ਇੱਥੇ ਅਨਭਉ ਪ੍ਰਕਾਸ਼, ਉਹ ਆਪਣੇ ਆਪ ਤੋਂ ਹੀ ਸੁਤੇ ਸਿੱਧ ਪ੍ਰਕਾਸ਼ ਹੈ, ਪ੍ਰਕਾਸ਼ਕ ਹੈ, ਆਪਣੇ ਆਪ ਤੋਂ ਹੀ, ਕਿਸੇ ਤੋਂ ਨਹੀਂ ਲੈਂਦਾ। ਅਸੀਂ ਪ੍ਰਕਾਸ਼ ਦੀ ਸ਼ਕਤੀ, ਅਸੀਂ ਸ਼ਕਤੀ ਐਨਰਜੀ ਹੈ ਜਿਹੜੀ ਕਿਤੋਂ ਨਾ ਕਿਤੋਂ ਲੈ ਰਹੇ। 3 ਦਿਨ ਪ੍ਰਸ਼ਾਦਾ ਨਾ ਛਕੋ ਤੇ ਉੱਠ ਨਹੀਂ ਹੋਣਾ, ਫਿਰ ਖਾਈਏ ਪੀਏ ਨਾ, ਵੀਕਨੈਸ ਹੋ ਜਾਂਦੀ ਹੈ। ਅਸੀਂ ਲੈਂਦੇ ਹਾਂ ਨਾ, ਦੁੱਧ ਤੋਂ ਐਨਰਜੀ ਲੈਂਦੇ ਹਾਂ, ਪ੍ਰਸ਼ਾਦੇ ਤੋਂ ਐਨਰਜੀ ਲੈਂਦੇ ਹਾਂ, ਜਾਂ ਨਾਮ ਜਪ ਕੇ ਵਾਹਿਗੁਰੂ ਪਰਮੇਸ਼ਰ ਤੋਂ ਵੀ ਆਤਮਾ ਦੇ ਬਲਵਾਨ ਹੋਣ ਵਾਸਤੇ ਐਨਰਜੀ ਲੈਂਦੇ ਹਾਂ। ਦੂਜੇ 'ਤੇ ਨਿਰਭਰ ਆ ਨਾ ਅਸੀਂ ਆਪਣੇ ਆਪ 'ਤੇ। ਉਹ ਪਰਮਾਤਮਾ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ ਹੈ, ਜਿਹਨੂੰ ਸੈਭੰ ਕਹਿੰਦੇ, ਇੱਥੇ ਅਨਭਉ ਪ੍ਰਕਾਸ਼ ਕਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਅਮਿਤੋਜ ਸ਼ਬਦ ਦੇ ਅਰਥ ਬੜੇ ਪਿਆਰੇ ਹਨ। ਅਮਿਤੋਜ ਹੁੰਦਾ ਆੜੇ ਨੂੰ ਅੱਡ ਕਰੋ ਅਤੇ ਮਿੱਤ ਨੂੰ ਅੱਡ ਕਰੋ ਅਤੇ ਓਜ ਨੂੰ ਅੱਡ ਕਰੋ। ਅਮਿਤੋਜ ਇਹਦਾ ਅਰਥ ਬਣ ਜਾਂਦਾ ਹੈ ਅਣਮਿਣਵਾਂ। ਜਿਹੜਾ ਉਹਦਾ ਬਲ ਹੈ ਪਰਮਾਤਮਾ ਦਾ, ਤੋਜ ਹੁੰਦਾ ਬਲ ਹੈ ਜਿਹੜਾ, ਉਹ ਮਿਣਿਆ ਨਹੀਂ ਜਾਂਦਾ। ਮਿੱਤ ਮਿਣਿਆ ਨਹੀਂ ਜਾ ਸਕਦਾ। ਬਸ ਇਹੀ ਉਹ ਚੀਜ਼ ਹੈ। ਮਹਾਰਾਜ ਕਹਿੰਦੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਉਹ ਬੇਅੰਤ ਬਲ ਵਾਲਾ ਉਹਨੂੰ ਕਿਹਾ ਜਾਂਦਾ, ਬੇਅੰਤ ਸ਼ਕਤੀ ਵਾਲਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ ਜਾਂਦਾ ਹੈ। ਇਹ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ। ਫਿਰ ਕਹਿਣ ਲੱਗੇ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤ੍ਰਿਭਵਨ ਜਿਹੜੇ 3 ਭਵਨ ਨੇ, 3 ਲੋਕ ਨੇ, ਮਾਤ ਲੋਕ ਹੈ, ਪਤਾਲ ਲੋਕ ਹੈ ਅਤੇ ਸਵਰਗ ਹੈ। ਇਹ 3 ਲੋਕ ਮੰਨੇ ਨੇ। ਇਹਨੂੰ ਤ੍ਰਿਭਵਨ ਕਹਿੰਦੇ ਨੇ, ਸਵਰਗ, ਮਾਤ ਲੋਕ ਅਤੇ ਪਤਾਲ ਲੋਕ। ਇਹ ਮਹਾਰਾਜ ਕਹਿੰਦੇ ਤ੍ਰਿਭਵਨ ਮਹੀਪ, ਜਿਹੜੇ 3 ਭਵਨਾਂ 'ਚ, ਸਵਰਗ ਵਿੱਚ, ਮਾਤ ਲੋਕ ਵਿੱਚ ਅਤੇ ਪਤਾਲ ਲੋਕ ਵਿੱਚ ਜਿਹੜੇ ਜੀਵ ਰਹਿੰਦੇ ਨੇ। ਧਰਤੀ ਹੈ ਨਾ, ਸਾਰੇ ਉੱਥੇ ਵੀ ਧਰਤੀ ਹੈ, ਇੱਥੇ ਵੀ ਧਰਤੀ ਹੈ। ਧਰਤੀ 'ਤੇ ਰਿਹਾ ਜਾਂਦਾ ਸੁੱਕੇ ਥਾਂ। ਸੱਚੇ ਪਾਤਸ਼ਾਹ ਕਹਿੰਦੇ ਤ੍ਰਿਭਵਨ ਮਹੀਪ। ਮਹੀ ਹੁੰਦੀ ਆ ਧਰਤੀ, ਜਿਵੇਂ ਮਹੀ ਅਲ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਮਹੀ ਧਰਤੀ ਅਲ ਆਕਾਸ਼। ਇੱਥੇ ਹੈ ਮਹੀਪ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸਾਧ ਸੰਗਤ ਬਖਸ਼ਿਸ਼ ਬਹੁਤ ਕਰਦੇ ਨੇ। ਤ੍ਰਿਭਵਨ ਮਹੀਪ, ਜਿਹੜੇ ਮਹੀਪ ਹੁੰਦਾ, ਮਹੀ ਧਰਤੀ ਤੋਂ ਹੁੰਦਾ ਪਤੀ, ਮਾਲਕ। ਜਿਹੜੀਆਂ 3 ਧਰਤੀਆਂ ਦਾ ਮਾਲਕ ਹੈ ਪਰਮਾਤਮਾ। ਤ੍ਰਿਭਵਨ ਮਹੀਪ ਮਾਲਕ। ਸੁਰ ਨਰ ਅਸੁਰ, ਉਹ ਕਹਿੰਦੇ ਫਿਰ ਜਿਹੜੇ ਸੁਰ ਹੁੰਦੇ ਨੇ, ਜਿਹੜੇ ਦੇਵਤੇ ਆ, ਜਿਹੜੇ ਨਰ ਮਨੁੱਖ ਜਿਵੇਂ ਅਸੀਂ ਆ, ਔਰ ਅਸੁਰ ਹੁੰਦੇ ਦੈਂਤ ਆਦਿਕ।
ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਉਹ ਵਾਹਿਗੁਰੂ ਪਰਮੇਸ਼ਰ ਨੂੰ, ਸੱਚੇ ਪਾਤਸ਼ਾਹ ਜੀਆਂ ਨੂੰ, ਜਾਂ ਇੱਥੇ ਮਹੀਪ ਦਾ ਅਰਥ ਰਾਜਾ ਵੀ ਆਇਆ, ਇਹਦਾ ਅਰਥ ਇੱਦਾਂ ਹੀ ਬਣ ਜਾਣਾ ਕਿ ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਜਿਹੜੇ ਰਾਜੇ ਨੇ, ਔਰ ਦੇਵਤੇ ਨੇ, ਨਰ ਮਨੁੱਖ ਨੇ, ਅਸੁਰ ਦੈਂਤ ਨੇ, ਇਹ ਸਾਰੇ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ, ਨਾਲ ਕਹਿੰਦੇ ਬਨ ਜੰਗਲ ਨੇ ਜਿਹੜੇ, ਤ੍ਰਿਣ ਉਹਦੇ ਵਿੱਚ ਕੱਖ ਨੇ, ਕਹਿਤ। ਭਾਈ ਉਹ ਤਿੰਨਾਂ ਲੋਕਾਂ ਦੇ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ ਦੇ ਜਿਹੜੇ ਰਾਜੇ ਨੇ, ਇੰਦਰ ਵਰਗੇ ਹੋਰ ਸੁਰ ਹੁੰਦੇ ਦੇਵਤੇ ਨੇ, ਨਰ ਮਨੁੱਖ ਨੇ, ਅਸੁਰ ਦੈਂਤ ਨੇ, ਔਰ ਬਨ ਵਿੱਚ ਜੰਗਲ ਨੇ, ਜੰਗਲ ਵਿੱਚ ਜਿਹੜੇ ਤ੍ਰਿਣ ਹੈ, ਜਿਹੜੇ ਘਾਹ ਆਦਿ, ਕੱਖ ਆਦਿ ਖਨ, ਕਹਿਤ। ਉਹ ਸਾਰੇ ਨੇਤ ਨੇਤ ਕਹਿੰਦੇ, ਨੇਤ ਨੇਤ ਹੁੰਦਾ ਬੇਅੰਤ, ਨੇਤ ਦਾ ਅਰਥ ਹੈ ਬੇਅੰਤ। ਨੇਤ ਨੇਤ ਦੋ ਵਾਰੀ ਆਇਆ, ਬੇਅੰਤ ਬੇਅੰਤ। ਨੇਤ ਨੇਤ ਕਥੰਤ ਵੇਦਾ, ਵੇਦਾਂ 'ਚ ਬਚਨ ਆਇਆ, ਨੇਤ ਨੇਤ ਕਥੰਤ ਵੇਦਾ। ਪਰਮਾਤਮਾ ਨੂੰ ਬੇਅੰਤ ਬੇਅੰਤ ਵੇਦ ਕਹਿੰਦੇ, ਕਹਿ ਰਹੇ ਹਨ, ਕਥਨ ਕਰ ਰਹੇ ਹਨ। ਨੇਤ ਨੇਤ ਕਥੰਤ ਵੇਦਾ, ਬੇਅੰਤ ਬੇਅੰਤ ਹੀ ਕਹਿ ਰਹੇ ਹਨ। ਪਰ ਇਉਂ ਮੈਨੂੰ ਪ੍ਰਤੀਤ ਹੁੰਦਾ, ਮਹਿਸੂਸ ਹੁੰਦਾ ਹੈ, ਸਾਡੇ ਨਾਲੋਂ ਤਾਂ ਘਾਹ ਚੰਗਾ ਹੈ, ਜੰਗਲਾਂ ਵਿੱਚ ਉਹ ਕੱਖ ਆਦਿਕ ਚੰਗੇ ਨੇ ਜਿਹੜੇ ਹਵਾ ਹੀ ਤੋਂ ਝੂਲਦੇ ਨੇ, ਅਤੇ ਪਰਮਾਤਮਾ ਨੂੰ ਬੇਅੰਤ 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 ਕਹੀ ਜਾਂਦੇ ਨੇ। ਸਾਡੇ 2900 ਇੱਥੇ ਤੁਰਿਆ ਫਿਰਦਾ, ਕਹਿੰਦਾ ਪਰਮਾਤਮਾ ਹੈ ਹੀ ਨਹੀਂ ਹੈ, ਗਿਆਨ ਹੀ ਗੁਰੂ ਹੈ। 2900 ਇੱਥੇ ਤੁਰਿਆ ਫਿਰਦਾ ਮਗਰ ਉਹਨਾਂ ਦੇ। ਸਾਡੇ ਤਾਂ ਕੱਖ ਚੰਗੇ ਨੇ। ਪਾਤਸ਼ਾਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨੂੰ ਜੰਗਲਾਂ ਜਿਹੜਾ ਘਾਹ ਹੈ, ਕੱਖ ਹੈ, ਉਹ ਵੀ ਬੇਅੰਤ 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 ਕਹਿੰਦੇ ਨੇ। ਤੇ ਸਤਿਗੁਰੂ ਦੇ ਉੱਚੇ ਬਚਨ ਵੀ ਆਇਆ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਉਹ ਜਿਹੜਾ ਪਰਮਾਤਮਾ ਹੈ, ਉਹ ਕਰੋੜਾਂ ਇੰਦਰਾਂ ਦਾ ਵੀ ਇੰਦਰ ਵੱਡਾ ਇੰਦਰ ਹੈ, ਤੇ ਸ਼ਾਹਾਂ ਦਾ ਸ਼ਾਹ ਰਾਜਾ ਹੈ, ਵੱਡਾ ਗਿਣਿਆ ਜਾਂਦਾ ਹੈ। ਉਹਨੂੰ ਜਿਹੜਾ ਇੰਦਰਾਂ ਦਾ ਇੰਦਰ ਵੱਡਾ ਹੈ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਵੱਡਾ ਹੈ, ਉਹਨੂੰ ਸਤਿਗੁਰੂ ਫਿਰ ਕਹਿੰਦੇ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਇਹਨੂੰ ਮਾੜੇ ਭਾਗ ਮੈਂ ਆਪਣੇ ਆਪ ਨੂੰ ਕਹਿ ਰਿਹਾ, ਕੀ ਸਮਝਾਂ। ਤੇ ਅਸੀਂ ਤਾਂ ਕਿੰਨਾ ਕੁ ਬੇਅੰਤ 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 ਕਹਿੰਦੇ ਜਾ। ਖਿਮਾ ਕਰਿਓ, ਸ਼ਬਦ ਕਰੜੇ ਹੋ ਜਾਂਦੇ ਕਈ ਵਾਰ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੇ ਜਾ ਕੇ ਮੱਥਾ ਟੇਕਦੇ ਹਾਂ, ਕਿੰਨਾ ਕੁ ਮਹਿਸੂਸ ਕਰਿਓ। ਕਿਤੇ ਆਪਣੇ ਆਪ ਨੂੰ ਵੇਖਿਓ ਵੀ ਕਦੋਂ ਕਿੰਨਾ ਕੁ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਖੜ ਕੇ ਕਿਹਾ, ਸੱਚੇ ਪਾਤਸ਼ਾਹ ਤੁਸੀਂ ਬੇਅੰਤ ਹੋ, ਤੁਸੀਂ ਬੇਅੰਤ ਹੋ, ਤੁਸੀਂ ਬੇਅੰਤ ਹੋ, ਤੁਸੀਂ ਬੇਅੰਤ। ਇਹ ਤਾਂ ਕਹਿਣਾ ਹੀ ਨਹੀਂ। ਤੇ ਜਦੋਂ ਕਹਿਣਾ ਜਾ ਕੇ ਮਹਾਰਾਜ ਮੁੰਡੇ ਦਾ ਵੀਜ਼ਾ ਲੱਗ ਜੇ, ਕੁੜੀ ਆਈਲੈਟਸ ਤੋਂ ਪਾਸ ਹੋ ਜਾਏ, ਇੰਨੇ ਪੈਸੇ ਆ ਜਾਣਾ, ਮਾਇਆ ਆ ਜੇ ਮੇਰੇ ਕੋਲ, ਇਹ ਜਿਹੜੀ ਗੱਲ ਕਰਨ ਵਾਲੀ ਉਹ ਤਾਂ ਕਰਦੇ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਭਲਿਓ ਗੁਰੂ ਗ੍ਰੰਥ ਸਾਹਿਬ ਕੋਲੇ ਜਾਓ, ਨਮਸਕਾਰ ਕਰੋ, ਚੌਰ ਸਾਹਿਬ ਕਰੋ, ਸਤਿਗੁਰੂ ਜੀ ਨੂੰ ਪ੍ਰਕਰਮਾਂ 5 ਘੱਟ ਤੋਂ ਘੱਟ 5 ਪ੍ਰਕਰਮਾਂ ਕਰੋ ਸਤਿਗੁਰੂ ਜੀ ਦੀਆਂ। ਫਿਰ ਹੱਥ ਜੋੜ ਕੇ ਖੜੇ ਹੋ ਕੇ ਬੇਅੰਤ ਹੈ ਤੂੰ, ਬੇਅੰਤ ਹੈ ਤੂੰ, ਬੇਅੰਤ ਹੈ। 10 ਮਿੰਟ ਚੌਰ ਸਾਹਿਬ ਕਰੋ, ਬੇਅੰਤ ਹੈ ਮਹਾਰਾਜ, ਬੇਅੰਤ ਹੈ ਮਹਾਰਾਜ, ਬੇਅੰਤ ਹੈ। ਇਹ ਤਾਂ ਜੇ 2 ਮਿੰਟ ਗ੍ਰੰਥੀ ਨੂੰ ਉੱਤੇ ਲਾ ਕੇ ਤੇ ਭਾਰੀ ਬਣ ਜਾਣੀ, ਲੇਟ ਹੀ ਕਰ ਛੱਡੇ ਬਾਬੇ ਨੇ। ਆਖੋ ਸ੍ਰੀ ਵਾਹਿਗੁਰੂ। ਜੇ ਕਥਾ ਕਰਦਿਆਂ ਕਰਦਿਆਂ 2 ਮਿੰਟ ਲੱਗ ਜਾਣ ਤੇ ਭਾਰੀ ਕੰਨਾਂ ਦੇ ਬਣ ਜਾਂਦੀ। ਅਸੀਂ ਦੇਖ ਲੈਂਦੇ ਹਾਂ ਬੈਠੇ ਨਿਗਾਹ, ਉਹ ਤਾਂ ਧਿਆਨ ਹੀ ਨਹੀਂ ਉੱਥੇ ਬਾਣੀ ਵੱਲ। ਤਾਂ ਸਾਨੂੰ ਨਜ਼ਰ ਤੋਂ ਹੀ ਪਤਾ ਲੱਗ ਜਾਂਦਾ ਵੀ ਹੁਣ ਇਹ ਔਖਾ ਬੈਠਾ। ਆਖੋ ਸ੍ਰੀ ਵਾਹਿਗੁਰੂ, ਕਿਉਂਕਿ ਰੋਜ਼ ਦਾ ਕੰਮ ਜਿਹਾ ਸਾਡਾ। ਹੁਣ ਬੇਅੰਤ ਬੇਅੰਤ ਸ਼ੁਕਰਾਨਾ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੇ ਜਾ ਕੇ ਕਰਦੇ ਹੀ ਨੇ। ਧੰਨ ਨੇ ਐਸੇ ਮਹਾਂਪੁਰਖ, ਰੱਬ ਦੇ ਪਿਆਰੇ
संत ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ 13 ਪ੍ਰਕਰਮਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਾ ਕੇ ਚੌਥ ਸਾਹਿਬ ਕਰਨਾ ਤੇ ਬਾਰ-ਬਾਰ ਨਮਸਕਾਰਾਂ ਕਰਨੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅੱਧਾ ਘੰਟਾ ਹੱਥ ਜੋੜ ਕੇ ਖੜੇ ਰਹਿਣਾ। ਬੇਅੰਤ ਹੈ ਤੂੰ ਮਾਲਕ, ਬੇਅੰਤ ਹੈ। ਇਹ ਕਰਦਿਆਂ ਇੱਥੋਂ ਤੱਕ ਚਲੇ ਜਾਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਗੁਰਬਚਨ ਸਿੰਘ ਤੇਰਾ, ਪਾਤਸ਼ਾਹ ਇਹ ਗੁਰਬਚਨ ਸਿੰਘ ਤੇਰਾ, ਸਤਿਗੁਰੂ ਇਹ ਗੁਰਬਚਨ ਸਿੰਘ ਤੇਰਾ, ਇਹਨੂੰ ਆਪਣਾ ਬਣਾ ਲਓ। ਮਹਾਰਾਜ ਬਾਬਾ ਆਨੰਦ ਸਿੰਘ ਵਰਗਿਆਂ ਨੇ ਬਚਨ ਕਰਨੇ। ਗੁਰੂ ਨਾਨਕ ਸਾਹਿਬ ਮੈਂ ਤਾਂ ਕਿੱਲੇ ਕੱਢਣ ਵਾਲਾ ਹਾਂ ਪਰ ਤੇਰਾ ਹਾਂ, ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਮਿਸਤਰੀ ਸਿੰਘ ਸਨ ਬਾਬਾ ਜੀ। ਹੈ ਗੁਰੂ ਨਾਨਕ ਸਾਹਿਬ ਮੈਂ ਤਾਂ ਕਿੱਲੇ ਲਾਲੋ ਦੀ ਤਰ੍ਹਾਂ ਕਿੱਲੇ ਕੱਢਣ ਵਾਲਾ ਹਾਂ, ਬਸ ਮੈਨੂੰ ਆਪਣਾ ਬਣਾ ਲਓ। ਪਰ ਮੈਂ ਕਿੱਲੇ ਜ਼ਰੂਰ ਕੱਢਣ ਵਾਲਾ ਹਾਂ ਪਰ ਮੈਂ ਤੇਰਾ ਹਾਂ ਮਹਾਰਾਜ, ਮੈਂ ਤੇਰਾ ਹਾਂ। ਜੇ ਕੋਈ ਉਹਨੂੰ ਕਹਿ ਦੇਵੇ ਸਤਿਗੁਰੂ ਅਸੀਂ ਤੇਰੇ ਹਾਂ, ਜੇ ਕਿਤੇ ਜੋਗਾ ਭਾਈ ਜੋਗਾ ਗਿਆ ਸਤਿਗੁਰੂ ਕਹਿਣ ਲੱਗੇ ਭਾਈ ਨਾਮ ਕੀ ਹੈ ਤੇਰਾ? ਪਾਤਸ਼ਾਹ ਨੂੰ ਬੇਨਤੀ ਕੀਤੀ ਗਰੀਬ ਨਵਾਜ ਮੇਰਾ ਨਾਮ ਮਾਤਾ ਪਿਤਾ ਨੇ ਜੋਗਾ ਰੱਖਿਆ, ਜੋਗਾ ਹੈ ਨਾਮ ਮੇਰਾ। ਪਾਤਸ਼ਾਹ ਕਹਿੰਦੇ ਭਾਈ ਕਿਹਦੇ ਜੋਗਾ ਹੈ? ਭਾਗ ਜਾਗ ਪਏ ਤੇ ਮੈਨੂੰ ਪੁੱਛਦੇ ਤਾਂ ਮੇਰੇ ਵਰਗੇ ਨੂੰ ਪੁੱਛਦੇ, ਮੈਂ ਕਹਿਣਾ ਜੀ ਘਰ ਵਾਲੀ ਜੋਗਾ ਹਾਂ, ਬੱਚਿਆਂ ਜੋਗਾ ਹਾਂ, ਪੁੱਤਰਾਂ ਧੀਆਂ ਜੋਗਾ ਹਾਂ, ਰਿਸ਼ਤੇਦਾਰਾਂ ਜੋਗਾ ਹਾਂ, ਸਮਾਜ ਜੋਗਾ ਹਾਂ। ਪਰ ਉਹਦੇ ਭਾਗ ਜਾਗ ਪਏ। ਪਾਤਸ਼ਾਹ ਕਹਿੰਦੇ ਨਾਮ, ਕਹਿੰਦੇ ਜੀ ਜੋਗਾ। ਕਹਿੰਦੇ ਫਿਰ ਕਿਹਦੇ ਜੋਗਾ ਹੈ? ਫਿਰ ਬੇਨਤੀ ਕੀਤੀ, ਗਲ ਵਿੱਚ ਪੱਲਾ ਪਾਇਆ, ਹੱਥ ਜੋੜ ਕੇ ਗਰੀਬ ਨਵਾਜ ਮੇਰਾ ਨਾਮ ਜੋਗਾ ਹੈ। ਤੇ ਜੇ ਤੁਸੀਂ ਇਹ ਪੁੱਛਦੇ ਹੋ ਕਿ ਕਿਹਦੇ ਜੋਗਾ ਹੈ? ਕਲਗੀਧਰ ਪਾਤਸ਼ਾਹ ਮੈਂ ਤੇਰੇ ਜੋਗਾ ਹਾਂ, ਆਖੋ ਸ੍ਰੀ ਵਾਹਿਗੁਰੂ, ਮੈਂ ਤੇਰੇ ਜੋਗਾ ਹਾਂ। ਪਾਤਸ਼ਾਹ ਨੇ ਫਰਮਾਇਆ ਜੋਗਾ ਸਿੰਘ ਜੇ ਤੂੰ ਕਲਗੀਧਰ ਜੋਗਾ ਹੈ ਤੇ ਤੇਰੇ ਨਾਮ ਬਚਨ ਕਰਦੇ ਆ, ਵਾਅਦਾ ਕਰਦੇ ਆ। ਜੇ ਤੂੰ ਇਹ ਮੰਨਦਾ ਹੈ ਕਿ ਮੈਂ ਕਲਗੀਧਰ ਜੋਗਾ ਹਾਂ ਤੇ ਕਲਗੀਧਰ ਤੈਨੂੰ ਬਚਨ ਕਰਦਾ, ਫਿਰ ਕਲਗੀਧਰ ਤੇਰੇ ਜੋਗਾ ਹੈ, ਆਖੋ ਸ੍ਰੀ ਵਾਹਿਗੁਰੂ, ਤੇਰੇ ਜੋਗਾ ਹੈ। ਫਿਰ ਉਹਦੇ ਜੋਗਾ ਬਣ ਕੇ ਦਿਖਾਇਆ। ਵਾਪਸ ਆਉਂਦਾ ਜੇ ਸਤ ਸੰਗਤ ਹੁਸ਼ਿਆਰਪੁਰ ਦੀਆਂ ਗਲੀਆਂ ਵਿੱਚ ਫਸ ਗਿਆ। ਸ੍ਰੀ ਅਨੰਦਪੁਰ ਸਾਹਿਬ ਜਾਣਾ ਸੀ। ਸ੍ਰੀ ਆਨੰਦ ਸਾਹਿਬ ਨੂੰ ਜਦੋਂ ਦੋ ਰਸਤੇ ਜਦੋਂ ਇੱਧਰੋਂ ਅਸੀਂ ਜਾਂਦੇ ਹਾਂ, ਇੱਕ ਵਾਇਆ ਹੁਸ਼ਿਆਰਪੁਰ ਵਿੱਚ ਦੀ ਹੋ ਕੇ ਅਨੰਦਪੁਰ ਸਾਹਿਬ ਜਾਈਦਾ, ਇੱਕ ਕੀਰਤਪੁਰ ਸਾਹਿਬ ਵੱਲ ਦੀ ਜਾਈਦਾ। ਮਹਾਂਪੁਰਖ ਸਾਨੂੰ ਪੜ੍ਹਾਇਆ ਕਰਦੇ ਸਨ, ਬਚਨ ਕਰਿਆ ਕਰਦੇ ਸਨ। ਦੋ ਰਸਤੇ ਹਨ ਸ੍ਰੀ ਅਨੰਦਪੁਰ ਸਾਹਿਬ ਜਾਣ ਦੇ, ਇੱਕ ਵਾਇਆ ਹੁਸ਼ਿਆਰਪੁਰ, ਇੱਕ ਵਾਇਆ ਕੀਰਤਪੁਰ ਸਾਹਿਬ। ਤੇ ਕਿਆ ਕਰਦੇ ਸਨ ਇਹ ਮਨੁੱਖ, ਤੂੰ ਜੇ ਸੱਚਮੁੱਚ ਅਨੰਦਪੁਰ ਸਾਹਿਬ ਜਾਣਾ ਤੈਨੂੰ ਇੱਕ ਪਾਸੇ ਦੀ ਲੰਘਣਾ ਪਏਗਾ, ਜਾਂ ਹੁਸ਼ਿਆਰਪੁਰ ਵੱਲ ਦੀ ਜਾਂ ਕੀਰਤਪੁਰ ਸਾਹਿਬ ਵੱਲ ਦੀ। ਪਰ ਜੇ ਤੂੰ ਸੱਚਮੁੱਚ ਜਾਣਾ ਹੈ ਆਨੰਦ ਵਿੱਚ, ਆਨੰਦ ਦੀ ਅਵਸਥਾ ਵਿੱਚ, ਜਾਂ ਤਾਂ ਤੈਨੂੰ ਵਿਸ਼ੇ ਵਿਕਾਰਾਂ ਵਿੱਚੋਂ ਬੜਾ ਸੁਚੇਤ ਹੋ ਕੇ ਹੁਸ਼ਿਆਰ ਹੋ ਕੇ ਲੰਘਣਾ ਪਵੇਗਾ, ਜਾਂ ਫਿਰ ਕੀਰਤ ਕਰਦਿਆਂ ਹੋਇਆਂ ਕੀਰਤਪੁਰ ਵੱਲ ਦੀ ਕੀਰਤੀ ਕਰਦਿਆਂ ਹੋਇਆਂ, ਕੀਰਤੀ ਕਰਦਿਆਂ ਤੂੰ ਆਨੰਦ ਵਿੱਚ ਚਲਿਆ ਜਾਏਗਾ। ਧੰਨ ਨੇ ਐਸੇ ਮਹਾਂਪੁਰਖ ਜਿਹੜੇ ਐਸੇ ਬਚਨ ਸਾਨੂੰ ਸਰਵਣ ਕਰਾਉਂਦੇ ਨੇ। ਦੋ ਹੀ ਰਸਤੇ ਨੇ, ਜਾਂ ਤਾਂ ਸੁਚੇਤ ਹੋ ਕੇ ਚੱਲੇ ਮਨੁੱਖ, ਜਾਂ ਫਿਰ ਘੋੜਾ ਬਣ ਕੇ ਉਹਦੀ ਕੀਰਤੀ ਕਰੀ ਜਾਏ। ਵਾਹਿਗੁਰੂ 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 ਕਰਦਿਆਂ ਉਹਦੇ ਵਿੱਚ ਉਹਦੇ ਨਾਲ ਉਸ ਅਵਸਥਾ ਆਨੰਦ ਵਿੱਚ ਮਨੁੱਖ ਪਹੁੰਚ ਜਾਂਦਾ। ਗੁਰਮੁਖ ਅਸੀਂ ਤਾਂ ਉਹਨੂੰ ਬੇਅੰਤ ਕਿਹਾ ਹੀ ਨਹੀਂ ਕਦੇ। ਮੈਨੂੰ ਫੋਨ ਕਰਕੇ ਦੱਸ ਦਿਓ, ਮੈਸੇਜ ਕਰਕੇ ਦੱਸ ਦਿਓ ਕਿ ਕਿੰਨੇ ਕੁ ਵਾਰੀ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਕੋਲੇ ਜਦ ਜਾਂਦੇ ਹਾਂ, ਸਮਾਂ ਮਿਲਦਾ
ਤੇ ਕਿੰਨਾ ਕੁ ਸਮਾਂ 5-4 ਮਿੰਟ 10 ਮਿੰਟ ਖੜ੍ਹ ਕੇ ਹੱਥ ਜੋੜ ਕੇ ਬੰਨ੍ਹ ਕੇ ਖੜ੍ਹਦੇ ਹਾਂ ਲਾਗੇ ਹੋ ਕੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗਰੀਬ ਨਵਾਜ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਅਸੀਂ ਕਦੇ ਕਿਹਾ ਹੀ ਨਹੀਂ ਅਸੀਂ ਤੇਰੇ ਜੋਗੇ ਹਾਂ ਮਹਾਰਾਜ, ਪਰ ਡਰ ਆਉਂਦਾ ਸਾਨੂੰ ਹੈ ਗੁਰੂ ਗ੍ਰੰਥ ਸਾਹਿਬ, ਜੇ ਅਸੀਂ ਤੇਰੇ ਜੋਗੇ ਹੋ ਗਏ ਤੇ ਬੱਚਿਆਂ ਜੋਗਾ ਕੌਣ ਰਹੇਗਾ। ਪਰ ਧਿਆਨ ਦੇ ਜਗਿਆਸੂ ਭਾਈ, ਤੂੰ ਜੇ ਗੁਰੂ ਗ੍ਰੰਥ ਸਾਹਿਬ ਜੋਗਾ ਹੋ ਜਾਏਗਾ ਫਿਰ ਗੁਰੂ ਗ੍ਰੰਥ ਸਾਹਿਬ ਤੇਰੇ ਬੱਚਿਆਂ ਦਾ ਖਿਆਲ ਰੱਖਣਗੇ, ਸਤਿਗੁਰੂ ਤੇਰੇ ਪਰਿਵਾਰ ਦਾ ਖਿਆਲ ਰੱਖਣਗੇ, ਸਤਿਗੁਰੂ ਤੇਰਾ ਖਿਆਲ ਰੱਖਣਗੇ। ਤੂੰ ਉਹਦੇ ਜੋਗਾ ਹੋ ਕੇ ਵੇਖ ਇੱਕ ਵੇਰ ਪਰਮੇਸ਼ਰ ਜੋਗਾ ਹੋ ਕੇ ਵੇਖ। ਮਹਾਰਾਜ ਨੇ ਬਚਨ ਕੀਤਾ, ਬਾਣੀ ਯਾਦ ਆ ਜਾਂਦਾ, ਇਹੜ ਤੇਹੜ ਛੱਡ ਤੂੰ, ਇਹੜ ਤੇਹੜ ਛੱਡ ਤੂੰ, ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਗੁਰ ਕਾ ਸ਼ਬਦ ਪਛਾਣ। ਮਹਾਰਾਜ ਕਹਿੰਦੇ ਇਹੜ ਤੇਹੜ ਛੱਡ ਤੂੰ, ਇੱਧਰ ਉੱਧਰ ਜਾਣਾ ਛੱਡ ਕੇ ਗੁਰ ਕੇ ਸ਼ਬਦ ਦੀ, ਗੁਰੂ ਕੇ ਸ਼ਬਦ ਦੀ ਪਛਾਣ ਕਰ। ਸਾਡੇ ਨਾਲ ਤਾਂ ਕੱਖ ਚੰਗੇ ਨੇ ਜੰਗਲਾਂ ਦੇ, ਸਾਡੇ ਤਾਂ ਦੈਂਤ ਚੰਗੇ ਨੇ ਜਿਹੜੇ ਉਹਨੂੰ ਬੇਅੰਤ ਬੇਅੰਤ ਤਾਂ ਕਹਿੰਦੇ ਨੇ, ਬੇਅੰਤ ਬੇਅੰਤ ਕਹਿੰਦੇ ਨੇ। ਸਮਾਪਤੀ ਕਰੀਏ ਭਾਈ। ਤਵੈ ਪ੍ਰਸਾਦ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਤੇਰੇ ਸਾਰੇ ਨਾਮਾਂ ਦਾ ਕਥਨ ਕੌਣ ਕਰ ਸਕਦਾ। ਤਵੈ ਸਰਬ ਨਾਮ, ਤਵੈ ਤੇਰੇ ਸਰਬ ਸਾਰੇ ਨਾਮ, ਨਾਮ ਤੇਰੇ ਸਾਰੇ ਨਾਮ, ਕਥੈ ਕਵਨ ਕੌਣ ਕਥਨ ਕਰ ਸਕਦਾ ਹੈ। ਬਸ ਕਰਮ ਨਾਮ ਵਰਨਤ ਸੁਮਤ, ਤੇਰੇ ਕਰਮਚਾਰੀ ਜੋ ਨਾਮ ਹਨ, ਸਮਾਂ ਨਹੀਂ ਕਰਮਚਾਰੀ ਨਾਮ ਹੁੰਦੇ, ਕਰਮ ਕਰਕੇ ਨਾਮ ਬਣੇ। ਜਿਹੋ ਜਿਹਾ ਉਹ ਪਰਮੇਸ਼ਰ ਕਰਮ ਕਰਦਾ ਉਹਦਾ ਨਾਮ ਉੱਦਾਂ ਦਾ ਪੈ ਜਾਂਦਾ ਹੈ। ਹਨੇਰੇ ਵਿੱਚ ਪ੍ਰਕਾਸ਼ ਦਿੰਦਾ ਉਹਨੂੰ ਵਾਹਿਗੁਰੂ ਕਿਹਾ ਗਿਆ। ਮੁਰਾਰੀ ਮੁਰ ਨਾਮੇ ਡੈਂਟ ਨੂੰ ਮਾਰ ਦਿੱਤਾ, ਉਹਨੂੰ ਮੁਰਾਰੀ ਕਹਿ ਦਿੱਤਾ ਗਿਆ। ਬੇਅੰਤ ਨਾਮ ਬਾਣੀ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਆਏ ਹਨ। ਮਧੂਸੂਦਨ ਇੱਕ ਮਧੂ ਲੈਣ ਸੀ, ਉਹਨੂੰ ਕੱਟਿਆ ਮਾਰਿਆ ਤਾਂ ਮਧੂਸੂਦਨ ਕਹਿ ਦਿੱਤਾ। ਜਿਹੇ ਜਿਹੇ ਉਹਨੇ ਕਰਮ ਕੀਤਾ ਉਹੇ ਜਿਹਾ ਉਹਦਾ ਨਾਮ ਪੈ ਗਿਆ, ਪਰ ਸਾਰੇ ਨਾਮ ਉਹਦੇ ਕੋਈ ਕਥਨ ਨਹੀਂ ਕਰ ਸਕਦਾ। ਪਰ ਕਰਮ ਨਾਮ ਵਰਨਤ ਸੁਮਤ, ਪਰ ਜਿਹਨਾਂ ਨੂੰ ਸਮੱਤ ਮਿਲੀ ਹੈ, ਸੋਝੀ ਮਿਲੀ ਹੈ, ਉਹ ਵਾਹਿਗੁਰੂ ਦੇ ਕਰਮਾਂ ਨੂੰ ਦੇਖ ਕੇ ਉਹਨਾਂ ਦੇ ਨਾਮ ਦਾ ਵਰਣਨ ਕਰਦੇ ਹਨ। ਸੋ ਅੱਜ ਪਹਿਲੇ ਛੰਦ ਦੀ ਸਮਾਪਤੀ ਹੋਈ ਹੈ। ਆਪ ਸੰਗਤਾਂ ਨੇ ਸਰਵਣ ਕਰਨਾ ਦਾਸ ਤੋਂ ਬੋਲਦਿਆਂ, ਕਿਉਂਕਿ ਬਾਣੀ ਅਗਮ ਅਗਾਧ ਬੋਧ ਹੈ, ਬੇਅੰਤ ਬੇਅੰਤ ਹੈ। ਬਾਣੀ ਕਰਦਿਆਂ ਅਸੀਂ ਤਾਂ ਬਹੁਤ ਮੈਲੀ ਜ਼ੁਬਾਨ ਵਾਲੇ ਹਾਂ, ਮੈਲੀ ਬੁੱਧੀ ਵਾਲੇ ਹਾਂ। ਜ਼ੁਬਾਨ ਨਾਲ ਸਾਰਾ ਦਿਨ ਮੈਲੇ ਸ਼ਬਦ ਬੋਲਣ ਕਰਕੇ ਜ਼ੁਬਾਨ ਮੈਲੀ ਹੋਈ ਹੈ। ਬੁੱਧੀ ਨਾਲ ਮਾੜਾ ਨਿਰੀਖਣ ਕਰਨਾ, ਬੁੱਧੀ ਮੈਲੀ ਹੋ ਜਾਂਦੀ ਹੈ। ਮਨ ਨਾਲ ਮਾੜੇ ਪਾਸੇ ਮਨ ਨੂੰ ਲਾਈ ਰੱਖਣਾ, ਮਨ ਮੈਲਾ ਹੁੰਦਾ। ਸਤਿਗੁਰੂ ਜੀ ਪਾਵਨ ਪਵਿੱਤਰ ਉਹਨਾਂ ਦੀ ਬਾਣੀ ਹੈ। ਇੱਕ ਮੈਲੀ ਜ਼ੁਬਾਨ, ਮੈਲੇ ਮਨ, ਮੈਲੀ ਬੁੱਧੀ ਵਾਲਾ ਜੀਵ ਕੀ ਵਿਚਾਰ ਕਰ ਸਕਦਾ ਹੈ। ਤਾਂ ਸੰਗਤਾਂ ਦੀ ਕਿਰਪਾ, ਆਸ਼ੀਰਵਾਦ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਪਾਂ ਵਿਚਾਰਾਂ ਸਾਂਝੀਆਂ ਕਰਦੇ ਹਾਂ। ਜਾਪ ਸਾਹਿਬ ਦੀ ਕਥਾ ਸ਼ੁਰੂ ਹੋਈ ਆ, ਇੱਦਾਂ ਹੀ ਭਾਵਨਾ ਸਾਹਿਤ ਸਾਰੀ ਬਾਣੀ ਵਿਚਾਰਨੀ ਹੈ, ਕੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।